ਹੈਲੋ ਗਾਈਜ਼, ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਰੀਡਿੰਗ ਦੇ ਲਿਸਟ ਆਫ ਹੈਡਿੰਗਸ ਨੂੰ ਕਿਵੇਂ ਸੋਲਿਊਸ਼ਨ ਮਤਲਬ ਕਿ ਉਹਨਾਂ ਨੂੰ ਆਪਾਂ ਕਿਵੇਂ ਸੋਲਵ ਕਰ ਸਕਦੇ ਹਾਂ। ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੂੰ ਕੀ ਹੁੰਦਾ ਵਾ ਕਿ ਲਿਸਟ ਆਫ ਹੈਡਿੰਗਸ ਦੇ ਵਿੱਚ ਲਿਸਟ ਆਫ ਹੈਡਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਰੀਡਿੰਗ ਦੇ ਵਿੱਚ। ਸੋ ਮੈਂ ਤੁਹਾਨੂੰ ਸੋਲਿਊਸ਼ਨ ਦੱਸੂੰਗੀ ਕਿ ਤੁਸੀਂ ਉਹਨਾਂ ਨੂੰ ਕਿਵੇਂ ਈਜ਼ੀ ਵੇ ਦੇ ਨਾਲ ਸੋਲਵ ਕਰ ਸਕਦੇ ਹੋ। ਠੀਕ ਹੈ ਗਾਈਜ਼, ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਇਹ ਹੁੰਦਾ ਕਿ ਵੀ ਉਹ ਅੰਡਰਸਟੈਂਡਿੰਗ ਨਹੀਂ ਕਰ ਪਾਉਂਦੇ। ਸੋ ਫਸਟਲੀ ਤੁਹਾਨੂੰ ਰੀਡਿੰਗ ਦੇ ਵਿੱਚ ਅੰਡਰਸਟੈਂਡਿੰਗ ਦੀ ਬਹੁਤ ਜ਼ਿਆਦਾ ਲੋੜ ਆ ਲਿਸਟ ਆਫ ਹੈਡਿੰਗ ਲਈ। ਤਾਂ ਮੋਸਟਲੀ ਜੇ ਤੁਸੀਂ ਲਿਸਟ ਆਫ ਹੈਡਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਫਸਟਲੀ ਕੀ ਹੋਣੀ ਚਾਹੀਦੀ ਆ ਕਿ ਵੀ ਅੰਡਰਸਟੈਂਡਿੰਗ ਬਣਨੀ ਚਾਹੀਦੀ ਆ। ਤੁਸੀਂ ਉਸ ਚੀਜ਼ ਨੂੰ ਜਿਵੇਂ ਪੜ੍ਹ ਰਹੇ ਹੋ ਉਸ ਨੂੰ ਅੰਡਰਸਟੈਂਡ ਕਰਨਾ ਆਪਦੇ ਮਾਈਂਡ ਦੇ ਵਿੱਚ ਐਂਡ ਬੀ ਫਾਸਟ। ਓਕੇ, ਦੈਨ ਨਾਓ ਸਟਾਰਟ। The first is the role of government in environment management is difficult but inaccessible sometime। ਮਤਲਬ ਕਿ ਇਹਦੇ ਵਿੱਚ ਹੁਣ ਦੱਸਿਆ ਗਿਆ ਵੀ ਜਿਹੜਾ ਇਨਵਾਇਰਮੈਂਟ ਮੈਨੇਜਮੈਂਟ ਦੇ ਵਿੱਚ ਗੌਰਮੈਂਟ ਦਾ ਰੋਲ ਇਜ਼ ਡਿਫੀਕਲਟ, ਵੀ ਉਹ ਕੀ ਆ, ਔਖਾ ਵਾ। ਠੀਕ ਹੈ, ਬਟ ਕਿ ਸਮ ਟਾਈਮ ਕੀ ਹੁੰਦਾ, ਦ ਸਟੇਟ ਟਰਾਈਜ਼ ਟੂ ਮੈਨੇਜ ਦਾ ਰਿਸੋਰਸ, ਵੀ ਜਿਹੜੇ ਆਪਾਂ ਉਸ ਦੇ ਜਿਹੜੇ ਰਿਸੋਰਸਿਸ ਆ ਉਹਨਾਂ ਨੂੰ ਕਿਵੇਂ ਮੈਨੇਜ ਕਰ ਸਕਦੇ ਹਾਂ। ਠੀਕ ਹੈ, ਐਂਡ ਡਜ਼ ਸੋ ਬੈਡਲੀ, ਅਤੇ ਕੁਛ ਕੀ ਹੁੰਦੇ ਬਹੁਤ ਜ਼ਿਆਦਾ ਬੈਡਲੀ ਹੁੰਦੇ ਆ। ਇਸ ਲਈ ਓਫਨ ਅਕਸਰ ਹਾਊ ਐਵਰ ਗੌਰਮੈਂਟ ਐਕਟ ਇਨ ਐਨ ਈਵਨ ਮੋਰ ਹਾਰਮਫੁਲ ਵੇ, ਅਤੇ ਗੌਰਮੈਂਟ ਕੀ ਕਰਦੀ ਐਕਟ ਹਾਰਮਫੁਲ ਮੋਰ, ਮਤਲਬ ਕਿ ਉਹਨਾਂ ਦਾ ਜਿਹੜਾ ਗੌਰਮੈਂਟ ਦਾ ਐਕਟ ਹੁੰਦਾ ਉਹਦਾ ਹਾਰਮਫੁਲ ਵੇ ਦੇ ਨਾਲ ਕੀ ਕਰਦੀ ਆ, ਬਹੁਤ ਜ਼ਿਆਦਾ ਐਕਟ ਕਰਦੀ ਆ। ਦੇ ਐਕਚੁਅਲੀ ਸਬਸਿਡੀਜ਼ ਦਾ ਐਕਸਪਲੋਟੇਸ਼ਨ ਐਂਡ ਕੰਜਪਸ਼ਨ ਆਫ ਨੈਚੁਰਲ ਰਿਸੋਰਸਿਸ, ਮਤਲਬ ਕਿ ਉਹਨੂੰ ਆਪਣੇ ਨੈਚੁਰਲ ਰਿਸੋਰਸਿਸ ਨੂੰ ਉਹਨਾਂ ਦੀ ਸਬਸਿਡੀ ਦੁਆਰਾ ਮਤਲਬ ਕਿ ਕਿਸੇ ਵੀ ਐਕਚੁਅਲੀ ਜਿਹੜੀ ਉਹਦੀ ਸਬਸਿਡੀ ਉਹਦੀ ਕੰਜਪਸ਼ਨ ਕਿਵੇਂ ਆ ਨੈਚੁਰਲ ਰਿਸੋਰਸਿਸ ਤੋਂ। ਠੀਕ ਹੈ ਜੀ, a whole range of policies from firm price support to protection for coal mining do environmental damage and make no economic sense, ਅਤੇ ਉਹਦੀ ਕਿਸੇ ਵੀ ਤਰ੍ਹਾਂ ਦੀ ਇਕਨੋਮਿਕ ਸੈਂਸ ਕੀ ਆ ਨਹੀਂ ਬਣਦੀ। ਠੀਕ ਹੈ, ਹੁਣ ਤੁਸੀਂ ਇੱਥੋਂ ਤੱਕ ਰੀਡ ਕਰ ਲਿਆ। ਹੁਣ ਤੁਸੀਂ ਇੱਥੋਂ ਹੀ ਕੀ ਕਰਨਾ ਵਾ, ਮੰਨ ਲਓ ਤੁਸੀਂ ਇੱਥੋਂ ਤੱਕ ਆਪਦੇ ਮਾਈਂਡ ਦੇ ਵਿੱਚ ਅੰਡਰਸਟੈਂਡ ਕਰ ਲਿਆ। ਠੀਕ ਹੈ, ਵੀ ਕੀ ਲਿਖਿਆ ਵਾ ਪੈਰਾਗ੍ਰਾਫ ਦੇ ਵਿੱਚ, ਵੀ ਉਹਦੇ ਵਿੱਚ ਮੇਨ ਤਾਂ ਆਪਣਾ ਇਹੀ ਆ ਵੀ ਗੌਰਮੈਂਟ ਦਾ ਰੋਲ ਕੀ ਆ ਇਨਵਾਇਰਮੈਂਟ ਨੂੰ ਮੈਨੇਜਮੈਂਟ ਕਰਨਾ। ਠੀਕ ਹੈ, ਅਤੇ ਇਹਦੇ ਵਿੱਚ ਕੀ ਉਹਨਾਂ ਨੂੰ ਇਹ ਵੀ ਕੀ ਆ ਡਿਫੀਕਲਟ ਆ, ਬਟ ਸਮ ਟਾਈਮ ਕੀ ਹੁੰਦਾ ਵੀ ਸਟੇਟ ਟਰਾਈ ਕਰਦੀ ਆ ਉਹਨੂੰ ਮੈਨੇਜ ਕਰਨ ਲਈ ਰਿਸੋਰਸਿਸ ਨੂੰ। ਠੀਕ ਆ, ਡਜ਼ ਸੋ ਬੈਡਲੀ, ਬੁਰੇ ਤਰੀਕੇ ਨਾਲ, ਸੋ ਬੈਡਲੀ ਹੁੰਦਾ ਬੁਰੇ ਤਰੀਕੇ ਨਾਲ। ਓਫਨ ਅਕਸਰ ਕੀ ਹੁੰਦਾ ਹਾਊ ਐਵਰ, ਫਿਰ ਉਹਨਾਂ ਨੇ ਉਲਟ ਹਾਊ ਐਵਰ ਆਪਾਂ ਨੂੰ ਉਲਟ ਲਗਾ ਕੇ, ਠੀਕ ਹੈ, ਗੌਰਮੈਂਟ ਐਕਟ ਇਨ ਐਨ ਈਵਨ ਮੋਰ ਹਾਰਮਫੁਲ ਵੇ, ਮਤਲਬ ਕਿ ਉਹ ਐਕਟ ਵੀ ਕਰਦੀ ਆ ਹਾਰਮਫੁਲ ਵੇ ਦੇ ਨਾਲ। ਠੀਕ ਹੈ, ਹੁਣ ਇਹਦਾ ਸੋਲਿਊਸ਼ਨ ਆਪਾਂ ਇੱਧਰ ਦੇਖਦੇ ਹਾਂ। ਲਿਸਟ ਆਫ ਹੈਡਿੰਗਸ ਆਪਾਂ ਨੂੰ ਕੀ ਦਿੱਤੇ ਗਏ ਆ। ਫਸਟ ਇਜ਼ ਦਾ ਪ੍ਰੋਬੇਬਲ ਇਫੈਕਟ ਆਫ ਦਾ ਨਿਊ ਇੰਟਰਨੈਸ਼ਨਲ ਟ੍ਰੇਡ ਐਗਰੀਮੈਂਟ। ਹੁਣ ਇਹਦੇ ਵਿੱਚ ਨਿਊ ਟਰਡੀਸ਼ਨਲ ਇੰਟਰਨੈਸ਼ਨਲ ਟ੍ਰੇਡ ਐਗਰੀਮੈਂਟ ਦੀ ਤਾਂ ਗੱਲ ਹੀ ਨਹੀਂ ਹੋਈ ਜੀ, ਹੈ ਨਾ ਜੀ। ਨੈਕਸਟ ਇਜ਼ ਦ ਇਨਵਾਇਰਮੈਂਟ ਇੰਪੈਕਟ ਆਫ ਮਾਡਰਨ ਫਾਰਮਿੰਗ, ਮਾਡਰਨ ਫਾਰਮਿੰਗ ਦੀ ਵੀ ਨਹੀਂ ਗੱਲ ਹੋਈ। ਫਾਰਮਿੰਗ ਐਂਡ ਸੋਇਲ ਇਰੋਜ਼ਨ, ਫਾਰਮਿੰਗ ਐਂਡ ਸੋਇਲ ਇਰੋਜ਼ਨ ਦੀ ਵੀ ਗੱਲ ਨਹੀਂ ਕੀਤੀ ਗਈ। ਠੀਕ ਹੈ ਜੀ। ਦੀ ਇਫੈਕਟ ਆਫ ਗੌਰਮੈਂਟ ਪੋਲਿਸੀ ਇਨ ਰਿਚ ਕੰਟਰੀਜ਼, ਰਿਚ ਕੰਟਰੀਜ਼ ਦੀ ਵੀ ਨਹੀਂ ਕਿਤੇ ਗੱਲ ਆਈ। ਗੌਰਮੈਂਟ ਐਂਡ ਮੈਨੇਜਮੈਂਟ ਆਫ ਦੀ ਇਨਵਾਇਰਮੈਂਟ, ਗੌਰਮੈਂਟ ਦੀ ਵੀ ਗੱਲ ਆਈ ਆ, ਮੈਨੇਜਮੈਂਟ ਦੀ ਵੀ ਗੱਲ ਆਈ ਆ, ਮੈਨੇਜਮੈਂਟ ਆਫ ਦਾ ਇਨਵਾਇਰਮੈਂਟ। ਠੀਕ ਹੈ, ਇਹ ਕੀ ਆਪਣਾ ਫਸਟ ਲਾਈਨ ਦੇ ਵਿੱਚ ਹੀ ਦਿੱਤਾ ਗਿਆ ਵਾ, the role of government in environment management. So this is the answer of section A. Okay, the next is section B. No activity affects more of the earth surface than farming, farming ਦੇ ਨਾਲੋਂ ਵੀ ਅਰਥ ਸਰਫੇਸ 'ਤੇ ਕੋਈ ਵੀ ਐਕਟੀਵਿਟੀ ਪ੍ਰਭਾਵ ਨਹੀਂ ਪਾਉਂਦੀ। ਇਟ ਸ਼ੇਪਸ ਅ ਥਰਡ ਆਫ ਦੀ ਪਲੈਨਟ, ਮਤਲਬ ਕਿ ਇਹਦੀ ਜਿਹੜੀ ਸ਼ੇਪ ਆ ਥਰਡ ਆਫ ਪਲੈਨਟ ਲੈਂਡ ਏਰੀਆ, ਨੋਟ ਕਾਊਂਟਿੰਗ ਅੰਟਾਰਕਟਿਕਾ, ਮਤਲਬ ਕਿ ਉਹਨੂੰ ਕਾਊਂਟਿੰਗ ਦੇ ਵਿੱਚ ਨਹੀਂ ਗਾ ਅੰਟਾਰਕਟਿਕਾ। ਐਂਡ ਦਾ ਪ੍ਰਪੋਰਸ਼ਨ ਇਜ਼ ਰਾਈਜ਼ਿੰਗ, ਅਤੇ ਉਹਦਾ ਪ੍ਰਪੋਰਸ਼ਨ ਕੀ ਆ ਵੱਧ ਰਿਹਾ ਵਾ। ਵਰਲਡ ਫੂਡ ਆਊਟਪੁੱਟ ਪਰ ਹੈਡ ਹੈਜ਼ ਰਾਈਜ਼ਨ, ਅਤੇ ਜਿਹੜੀ ਉਹਦੀ ਆਊਟ ਪਰ ਹੈਡ ਆ ਉਹ ਕੀ ਆ ਵੱਧ ਰਹੀ ਆ ਬਾਈ 4% ਬਿਟਵੀਨ ਦਾ 1970s ਐਂਡ 1980s, ਮੇਨਲੀ ਐਜ਼ ਅ ਰਿਜ਼ਲਟ ਆਫ ਇਨਕਰੀਜ਼ ਇਨ ਰਿਜ਼ਲਟ ਫਰੋਮ ਲੈਂਡ ਆਲਰੇਡੀ ਇਨ ਕਲਟੀਵੇਸ਼ਨ। ਜਦੋਂ ਲੈਂਡ ਮਤਲਬ ਕਿ ਆਲਰੇਡੀ ਕੀ ਆ ਕਲਟੀਵੇਸ਼ਨ ਦੇ ਵਿੱਚ, ਵੀ ਉਹਦਾ ਰਿਜ਼ਲਟ ਕੀ ਹੋ ਰਿਹਾ ਇਨਕਰੀਜ਼ ਹੋ ਰਿਹਾ। ਬਟ ਆਲਸੋ ਬਿਕੋਜ਼ ਮੋਰ ਲੈਂਡ ਹੈਜ਼ ਬੀਨ ਬਰੋਟ ਅੰਡਰ ਦੀ ਰਫ। ਠੀਕ ਹੈ,
मतलब कि उन्होंने किवें जिहड़ा मोर लैंड नूं आपां ब्रॉड अंडर द कर दिंदे आ। हायर यैलिड्स हैव बीन अचीवड इनक्रीज इरीगेशन, मतलब कि जिहड़ा हायर यैलिड काहदे द्वारा अचीव हुंदा, इरीगेशन द्वारा। इत्थों तक रीड कर लिया, ठीक है जी। हुण इहदा आपां आंसर देखते हैं भी इहदा की आ सकदा। लिस्ट ऑफ हैडिंग्स दे विच आपां देखदे हां। फर्स्टली इन्होंने गल की द प्रॉबेबली इफैक्ट ऑफ द न्यू इंटरनेशनल ट्रेड एग्रीमेंट। न्यू इंटरनेशनल ट्रेड एग्रीमेंट की गल आपां नहीं कीती इहदे विच, ठीक है जी। नैक्सट ही आ जाता इंटरनेशनल इंपैक्ट ऑफ मॉडर्न फार्मिंग। मॉडर्न फार्मिंग ते इंपैक्ट इहदी भी गल नहीं हुई। नैक्सट की आ जाता फार्मिंग एंड सॉइल इरोजन, ठीक है। फार्मिंग एंड सॉइल इरोजन की गल भी, ठीक है, देखते हैं भी इहदी कीती है फार्मिंग एंड सॉइल इरोजन की गल, मेरे अकॉर्डिंग तो नहीं कीती जी, है ना जी। नैक्सट की आ जाता इफैक्ट ऑफ गौरमेंट पॉलिसी इन रिच कंट्रीज़, ਇਹਦੀ ਤਾਂ नहीं गल हुई रिच कंट्रीज़ की। गौरमेंट एंड मैनेजमेंट ये तो कट दो, ये अपना हो गया। द इफैक्ट ऑफ गौरमेंट पॉलिसी इन पुअर कंट्री। पुअर कंट्री के भी गौरमेंट का मतलब कि प्रभाव पैंदा पॉलिसी का, है ना, पुअर कंट्री का, यदि भी नहीं। फार्मिंग एंड फूड आउटपुट, हाँ जी, फार्मिंग की भी गल हुई आ ते फूड आउटपुट की गल हुई आ। देखो आ तो अपनी हो गई जी सरफस दैन फार्मिंग, दी फार्मिंग की गल हो गई जी, ठीक है। सी गाइस फार्मिंग सरफस दैन फार्मिंग की गल हो गई एंड वर्ल्ड फूड आउटपुट यदी गल हो गई, ठीक है। सो दिस इज़ द आंसर, फार्मिंग एंड फूड आउटपुट। नैक्सट आ जाता थर्ड पैराग्राफ। थर्ड पैराग्राफ दे विच उन्होंने गल की कीती आ, ऑल दीज एक्टिविटीज़ मे हैव डैमेजिंग इन्वायरमेंट इफैक्ट। भी जिन्नियां भी सारियां एक्टिविटीज़ मेरे अकॉर्डिंग मे हैव, उन्हें क्या मे हैव डैमेजिंग इन्वायरमेंटल इंपैक्ट, इन्वायरमेंट ते इंपैक्ट पाउंदियां। फॉर एग्जाम्पल लैंड क्लीयरिंग फॉर एग्रीकल्चर इज़ द लार्जस्ट सिंगल कॉज ऑफ डिफोरैस्टेशन। भी सिंगल कॉज सब तो वड्डा की आ डिफोरैस्टेशन का, ठीक है जी। chemical fertilizers and pesticides may containment water supply, more intensive farming and the abandonment at follow periods tend to accelerate soil erosion। मतलब कि सब तो ज़्यादा soil erosion ते ये की करदी आ impact पा रही है। and the spread of the monoculture and use the high yielding varieties of crops have been occupied by the disappearance of old varieties of food plants, ठीक है। मतलब कि ये इन्होंने गल की भी वो किमें उन्होंने मतलब कि जो पैसटीसाइड्स यूज़ कर रहे हैं हुण दे टाइम ते मोनोकल्चर, मतलब कि ये सब तो ज़्यादा वराइटीज़ जिवें हुण वध रही है ना, उन्होंने बारे गल की भी हाई जैलिड दी वराइटीज़ दे क्रॉप्स दे यूज़ करना, उन्होंने बारे किन्ना ते डिसअपीयरेंस ऑफ ओल्ड वराइटी फूड प्लांट्स, जिहड़े पुराने फूड प्लांट्स आ उन्हां दी डिसअपीयरेंस, मतलब कि उन्हां दी वराइटी खत्म हो रही है। विच माइट हैव प्रोवाइडेड सम इंश्योरेंस अगेंस्ट पिस्ट और डिसीजन इन फ्यूचर, मतलब कि वो जो उन्होंने फ्यूचर के लिए उन्होंने कि ये माइट प्रोवाइड मतलब कि सम इंश्योरेंस अगेंस्ट पिस्ट करते हैं। सो यदा आंसर आप देखते हैं हुण ये फर्स्टली उन्होंने कहा द प्रॉबली इफैक्ट ऑन न्यू इंटरनेशनल ट्रेड एग्रीमेंट, ट्रेड एग्रीमेंट की तो गल नहीं हुई। नैक्सट क्या द इन्वायरमेंट इफैक्ट ऑफ मॉडर्न फार्मिंग तो इन्वायरमेंट इफैक्ट वैल इसका तो यदा आंसर तो यही आऊगा, ठीक है। बाकी आप देख लेने फार्मिंग एंड सॉइल इरोजन की गल नहीं हुई, ठीक है। इफैक्ट गौरमेंट पॉलिसी रिच कंट्री तो भी नहीं गल हुई, ये तो चलो अपना हो गया वा, ठीक है। द इफैक्ट ऑफ गौरमेंट पॉलिसी इन पुअर कंट्रीज़ नहीं, ये भी नहीं आ सकता। फार्मिंग एंड फूड आउटपुट ये अपना हो चुका, ये भी नहीं आएगा। द इफैक्ट ऑफ गौरमेंट पॉलिसी ऑन फूड आउटपुट ये भी नहीं, यदि गल ही नहीं होगी भी गौरमेंट पॉलिसी का इफैक्ट। ਜਾਂ द न्यू परस्पैक्ट्स फॉर वर्ल्ड ट्रेड तो न्यू परस्पैक्ट द वर्ल्ड ट्रेड से की इफैक्ट आ, सो ਇਹਦਾ भी नहीं है। सो अपना आंसर की आ जाऊगा जी सैकेंड, ਇਹਦਾ आऊगा सैकेंड, ओके। नैक्सट पैराग्राफ हैगा डी ਦੇ ਵਿੱਚ ਕੀ ਹੈ Government policies have frequently compounded the environmental damage that farming can cause in the rich countries. Subsidies for growing crops, price supports for farm output drive up the price of land। मतलब कि ਜਿਹੜੀਆਂ गवर्नमेंट पॉलिसीज़ आ वो frequently compounded करदियां environmental damage ਨੂੰ that farming can cause भी ये ਜਿਹੜੀ farming आ ये सारी cause मतलब कि उन्हां ਲਈ हानिकारक इन दी रिच कंट्रीज़, मतलब कि हुण इत्थे रिच कंट्रीज़ की गल होई आ, ठीक है। उन्हें ਜਿਹੜੀਆਂ रिच कंट्रीज़ आ सबसिडीज़ फॉर ग्रोइंग क्रॉप्स,
ਜਿਹੜੀਆਂ ਵੀ ਉਹਨਾਂ ਦੀਆਂ ਗਰੋਇੰਗ ਕ੍ਰੌਪਸ ਹੋ ਰਹੀਆਂ ਐਂਡ ਪ੍ਰਾਈਸ ਸਪੋਰਟ ਐਟ ਫॉर ਫਰਮ ਆਊਟਪੁੱਟ ਡਰਾਈਵ ਅਪ, ਉਹਨਾਂ ਦੀ ਪ੍ਰਾਈਸ ਆਫ ਲੈਂਡ 'ਤੇ ਉਹਨਾਂ ਨੂੰ ਆਊਟਪੁੱਟ 'ਤੇ ਦਿੰਦੇ ਹੈਗੇ, ਠੀਕ ਹੈ, ਪ੍ਰਾਈਸ ਸਪੋਰਟ ਮਿਲਦੀ ਹੈ ਉਹਨਾਂ ਨੂੰ। ਸੋ ਆਪਾਂ ਇਹਦਾ ਆਨਸਰ ਇੱਥੋਂ ਹੀ ਆਪਾਂ ਨੂੰ ਮਿਲ ਜਾਣਾ ਵਾ ਇਹਦੀ ਦੀ ਫਸਟ ਲਾਈਨ ਤੋਂ ਹੀ। ਸੋ ਦ ਨੈਕਸਟ ਇਜ਼ ਇਹਦਾ ਆਨਸਰ ਕੀ ਆਏਗਾ, ਇਹਨਾਂ ਨੇ ਕਿਹਾ ਪ੍ਰੋਬਬਲੀ ਇਫੈਕਟ ਦਾ ਨਿਊ ਇੰਟਰਨੈਸ਼ਨਲ ਟ੍ਰੇਡ ਦੀ ਗੱਲ ਨਹੀਂ ਹੋਈ, ਇਹ ਆਪਣਾ ਹੋ ਚੁੱਕਾ। ਫਾਰਮਿੰਗ ਐਂਡ ਸੋਇਲ ਇਰੋਜ਼ਨ ਦੀ ਗੱਲ ਨਹੀਂ ਆਏਗੀ। ਦਾ ਇਫੈਕਟ ਆਫ ਗੌਰਮੈਂਟ ਪੋਲਿਸੀ ਇਨ ਰਿਚ ਕੰਟਰੀ, ਇਹਦੀ ਗੱਲ ਆਪਣੇ ਕੋਲ ਆਈ ਹੈ ਫਸਟ ਲਾਈਨ ਦੇ ਵਿੱਚ ਹੀ ਇਹਦਾ ਆਨਸਰ ਆ। ਸੋ ਆਨਸਰ ਇਜ਼ 4th। ਆਈ ਹੋਪ ਗਾਈਜ਼ ਤੁਹਾਨੂੰ ਸਾਰਿਆਂ ਨੂੰ ਮੇਰੇ ਲਿਸਟ ਆਫ ਹੈਡਿੰਗਸ ਸਮਝ ਆਏ ਹੋਣਗੇ। ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ।